अस्सलाम वालेकुम प्यारे लोगों, मैं हूं आपका होस्ट एजाज ताहिर कायद-ए-आज़म न्यूज़ चैनल के साथ। आज हम तलवंडी मूसा खां में हैं और हमारी खुशबख्ती और खुशकिस्मती है कि तलवंडी मूसा खां की सबसे खूबसूरत शख्सियत और सबसे सोशल शख्सियत जो हैं, जो मेरे बचपन से आइडियल हैं, आज हम उनके घर उनके पास हैं। उनसे चंद बातें होंगी और मैं फिर एक बार इनका बहुत शुक्रिया अदा करना चाहूँगा सर का कि इन्होंने अपना टाइम निकाला और चंद लम्हे हमें अपनी सोबत अनायत की, अपनी कंपनी अनायत की। तो डॉक्टर इकबाल का मुझे शेर याद आ रहा है कि खुदा के बंदे तो हैं हज़ारों, बनों में फिरते हैं मारे मारे, मैं उसका बंदा बनूंगा जिसको खुदा के बंदों से प्यार होगा। तो खिदमत खलक के जज्बे से सरशार सर दरस व तदरीस के साथ इनका ताल्लुक़ है और हम सब के बड़े पसंदीदा और हम सब के बड़े आइडियल पर्सनैलिटी हैं। तो आज हम इंशाअल्लाह इनसे बातें करेंगे और आप तक ये सारी इनकी खूबसूरत बातें और इनके मैसेजेस पहुंचाएंगे। अस्सलाम वालेकुम सर। वरहमतुल्लाहि वबरकातुहू। सर की हाल है ਤੁਹਾਡਾ? अल्लाह का शुक्र है जनाब मेहरबानी अल्हम्दुलिल्लाह। अच्छा सर, मैं बचपन तो ਤੁਹਾਡਾ ਬੜਾ ਫੈਨ ਆ ਔਰ ਮੈਂ ਵੇਖ ਰਿਹਾ ਹਾਂ ਕਿ ਮਾਸ਼ਾਅੱਲਾ ਤੁਸੀਂ ਸ਼ਾਇਦ ਹੀ ਕੋਈ ਐਸਾ ਕੰਮ ਹੋਵੇ ਜਿਹੜਾ ਕੋਈ ਤੁਹਾਡੇ ਕੋਲ ਲੈ ਕੇ ਜਾਵੇ ਔਰ ਤੁਸੀਂ ਕਹੋ ਕਿ ਇਹ ਨਹੀਂ ਹੋ ਸਕਦਾ, ਈਵਨ ਕਿ ਉਹਨੂੰ ਕਹੋ ਇਸ ਤਰ੍ਹਾਂ। ਤੇ ਇਹ ਸਰ ਜਜ਼ਬਾ ਸ਼ੁਰੂ ਤੋਂ ਹੀ ਮੈਂ ਤੇ ਆਪਣੀ ਪੂਰੀ ਲਾਈਫ ਤੋਂ ਇਹ ਵੇਖ ਰਿਹਾ ਵਾਂ। ਇਹ ਜਜ਼ਬਾ ਸਰ ਇਹ ਸਾਰਾ ਕੁਛ ਕਿਵੇਂ ਤੁਹਾਡੇ ਅੰਦਰ ਇਹ ਸਰ ਪੈਦਾ ਹੋਇਆ? दरअसल ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਨਾ ਜੀ ਸਰ। ਤੇ ਉਦੋਂ ਹੀ ਸਾਡੇ ਉਸਤਾਦ ਸਨ, ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਖਿਦਮਤ ਖਲਕ ਜਿਹੜੀ ਹੈ ਉਹ ਕੀ ਸ਼ੈ ਵੇ, ਉਹਦੀ ਅਹਿਮੀਅਤ ਸਾਨੂੰ ਉਜਾਗਰ ਕੀਤਾ, ਸਾਨੂੰ ਦੱਸਿਆ ਉਹਨਾਂ। ਤੇ ਅਬਦੁਲ ਹਮੀਦ ਗੁਲਾਮ ਫਤਿਹ ਅਦੀਮ ਸਾਹਿਬ ਜਿਹੜੇ ਸਨ ਮੁਹਤਰਮ, ਉਹਨਾਂ ਨੇ ਇਸ ਨੂੰ ਸਾਨੂੰ ਗਾਈਡਲਾਈਨ ਦਿੱਤੀ ਤੇ ਦਿਲ 'ਚ ਇਰਾਦਾ ਕੀਤਾ ਕਿ ਅੱਲਾਹ ਸਾਨੂੰ ਅਗਰ ਮੌਕਾ ਦਿੱਤਾ ਜ਼ਿੰਦਗੀ 'ਚ ਤੇ ਇਨਸ਼ਾਅੱਲਾ ਖਿਦਮਤ ਖਲਕ ਕਰਾਂਗੇ। ਇਹ ਸਿਰਫ ਅੱਲਾਹ ਤਾਲਾ ਦੀ ਖਾਸ ਇੱਕ ਅਨਾਇਤ ਹੈ, ਉਹਦਾ ਕਰਮ ਹੈ, ਵਰਨਾ ਮੈਂ ਇਸ ਕਾਬਲ ਨਹੀਂ ਕਿ ਮੈਂ ਆਪਣੇ ਆਪ ਨੂੰ ਇਸ ਕੈਟੇਗਰੀ ਸ਼ਾਮਲ ਕਰ ਸਕਾਂ। ਸਾਡੇ ਇੱਥੇ ਹੈਡਮਾਸਟਰ ਸਾਹਿਬ ਸਨ ਚੌਲਤੀਰ ਸੰਧੂ ਸਾਹਿਬ, ਉਹ ਫਰਮਾਉਂਦੇ ਹੁੰਦੇ ਹਨ ਕਿ ਯਾਰ ਗੱਲ ਸੁਣੋ, ਜਿਹੜਾ ਬੰਦਾ ਕੰਮ ਲੈ ਕੇ ਨਿਕਲਿਆ ਨਾ ਉਹਨੇ ਕਿਤੇ ਨਾ ਕਿਤੇ ਕਰਵਾ ਲੈਣਾ ਹੈ, ਕਿਤੇ ਨਾ ਕਿਤੇ ਕੰਮ ਉਹਦਾ ਹੋ ਜਾਣਾ ਹੈ। ਲੇਕਿਨ ਅਗਰ ਤੁਸੀਂ ਉਹ ਕੰਮ ਕਰ ਸਕਦੇ ਹੋ ਨਾ ਤੇ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ, ਇਖਲਾਕਿਆਤ ਦੇ ਦਾਇਰੇ 'ਚ ਰਹਿੰਦੇ ਆ, ਉਹ ਕਰ ਗੁਜ਼ਰੋ। ਅੱਲਾਹ ਤਾਲਾ ਦੀ ਜ਼ਾਤ ਖੁਸ਼ ਹੁੰਦੀ ਹੈ, ਇਹ ਉਹਦੀ ਮਖਲੂਕ ਦੀ ਯਾਨੀ ਇੱਕ ਨਾ। ਅਤੇ ਮੈਂ ਤਾਂ ਸਵੇਰੇ ਦੱਸਣ ਵਾਲੀ ਗੱਲ ਤਾਂ ਅਸੀਂ ਕੋਈ ਨਹੀਂ, ਲੇਕਿਨ ਮੈਂ ਸਵੇਰੇ ਤੋਂ ਘਰੋਂ ਬਾਹਰ ਨਿਕਲਣਾ ਅਤੇ ਮੈਂ ਇੱਕ ਦੁਆ ਦੇ ਨਾਲ ਇੱਕ ਅੱਲਾਹ ਤਾਲਾ ਨਾਲ ਇੱਕ ਅਹਿਦ ਕਰਨਾ ਕਿ ਯਾ ਆਲਮ ਨੂੰ ਆਪਣੀ ਮਖਲੂਕ ਦੀ ਖਿਦਮਤ ਕਰਨ ਦੀ ਤੌਫੀਕ ਅਤਾ ਫਰਮਾਈ। ਮੇਰੇ ਕਜ਼ਨ ਨੇ ਡਾਕਟਰ ਅਫਜ਼ਲ ਸਾਹਿਬ, ਉਹ ਇਹਨੂੰ ਪੁੱਛਦੇ ਨੇ ਕਿ ਯਾਰ ਇਹ ਦੱਸੋ ਤੁਸੀਂ ਪਰੇਸ਼ਾਨ ਕਦੋਂ ਹੁੰਦੇ ਹੋ? ਮੈਂ ਪਰੇਸ਼ਾਨ ਉਦੋਂ ਹਾਂ ਜਦੋਂ ਮੇਰੇ ਨਾਲ ਕੋਈ ਬੰਦਾ ਨਾ ਮੇਰੇ ਕੋਲ ਕੰਮ ਨਹੀਂ ਲੈ ਕੇ ਆਉਂਦਾ। ਉਦੋਂ ਮੈਂ ਉਹਨਾਂ ਕੋਲ ਪਤਾ ਨਹੀਂ ਕੀ ਗੱਲ ਹੋ ਗਈ, ਮੇਰੇ ਕੋਲ ਕਿਉਂ ਨਹੀਂ ਬੰਦਾ ਕੋਈ ਆਇਆ ਫੋਮ ਲੈ ਕੇ ਜਾਂ ਕੋਈ ਇਸ ਤਰ੍ਹਾਂ। ਅਤੇ ਮੈਨੂੰ ਉਹਦੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੰਦਾ ਕੋਈ ਮੇਰੇ ਕੋਲ ਆਉਂਦਾ ਅਤੇ ਮੈਂ ਕਿਸੇ ਵੀ ਹਾਲਤ 'ਚ ਹੋਵਾਂ ਅਤੇ ਮੈਂ ਕੋਸ਼ਿਸ਼ ਕਰਨਾ ਖਾਣਾ ਵੀ ਖਾਂਦਾ ਹੋਵਾਂ, ਆਰਾਮ ਵੀ ਕਰਦਾ ਹੋਵਾਂ, ਅਤੇ ਮੈਂ ਅਵਲੀਅਤ ਦੇਣਾ ਇਸ ਗੱਲ 'ਤੇ ਕਿ ਮੈਂ ਉਹਦਾ ਪਹਿਲਾਂ ਕੰਮ ਕਰਾਂ, ਉਹਦੇ ਮੈਂ ਕੰਮ ਆਵਾਂ ਅਤੇ ਉਹਨੂੰ ਦਿਲੀ ਖੁਸ਼ੀ ਯਾਨੀ ਹਾਸਲ ਹੁੰਦੀ ਹੈ ਮੈਨੂੰ ਜਦੋਂ ਮੈਂ ਕਿਸੇ ਕੰਮ ਆਉਂਦਾ ਵਾਂ। ਅਲਹਮਦੁਲਿल्लाह ਰੱਬਿਲ ਆਲਮੀਨ, ਉਹਦੇ ਖਾਸ ਅਨਾਇਤ ਉਹਦੀ। ਮਾਸ਼ਾਅੱਲਾ ਸਰ, ਐਕਸੀਲੈਂਟ। ਅੱਛਾ ਸਰ, ਮੈਨੂੰ ਤਾਂ ਪਤਾ ਹੀ ਹੈ ਕਿ ਤੁਹਾਡੇ ਬਹੁਤ ਸਾਰੇ ਇੱਥੇ ਫਲਾਈ ਔਰ ਰਿਫਾਈ ਕੰਮਾਂ ਦਾ, ਅਤੇ ਦੋਸਤਾਂ ਅਰਸੇ ਜ਼ਰਾ ਕਾਈਂਡਲੀ ਉਹ ਆਪਣੇ ਕੁਛ ਪ੍ਰੋਜੈਕਟਸ ਜਿਹੜੇ ਨੇ ਉਹ ਪਲੀਜ਼ ਜ਼ਰਾ ਦੱਸੋ ਜਿਹੜੇ ਪਿੰਡ ਦੇ ਵਿੱਚ ਔਰ ਇਹਦੇ ਸਰਾਊਂਡਿੰਗ ਦੇ ਵਿੱਚ, ਤਾਂ ਕਿ ਉਹਦੇ ਨਾਲ ਸਾਨੂੰ ਔਰ ਨਵੀਂ ਜਨਰੇਸ਼ਨ ਨੂੰ ਬੜੀ ਮੋਟੀਵੇਸ਼ਨ ਸਰ ਮਿਲੇਗੀ। ਦਰਅਸਲ ਜਦੋਂ ਮੈਂ ਪ੍ਰਾਇਮਰੀ ਸਕੂਲ ਗੰਢਮ ਹੁੰਦਾ ਸੀ ਨਾ, ਅਤੇ ਉਦੋਂ ਮੇਰਾ ਤਲਕ ਹੁੰਦਾ ਸੀ ਇੱਥੋਂ ਦੇ ਇੱਕ ਸੈਕਟਰੀ ਸਾਹਿਬ ਸਨ ਉਹਨਾਂ ਨਾਲ। ਅਤੇ ਉਹਨਾਂ ਨੂੰ ਜਦੋਂ ਕੋਈ ਬੈਰੂਨੀ ਇਮਦਾਦ ਤੁਕਜੀਦਾ ਅਸੀਂ ਆਉਂਦੇ ਸੀ ਜਿਹੜੀ ਸੀ ਅਵਾਮ ਉਨਾਸ ਦੇ ਵਿੱਚ ਤਕਸੀਮ ਕਰਨਾ ਚਾਹੁੰਦੇ ਸਾਂ, ਅਤੇ ਉਹ ਫਿਰ ਨਾ ਅਵਲੀਅਤ ਦਿੰਦੇ ਸਨ ਸਾਨੂੰ ਨਾ ਉੱਥੋਂ ਯਾਨੀ ਮੁਲਾਜ਼ਮੀਨ ਨੂੰ, ਅਤੇ ਉਹ ਸਾਡੇ ਰਾਹੀਂ ਯਾਨੀ ਉਹ ਚੀਜ਼ਾਂ ਜਿਹੜੀਆਂ ਨੇ ਮਤਲਬ ਨਲਕੇ ਵਗੈਰਾ ਆਏ ਨੇ ਜਾਂ ਹੋਰ ਇਸ ਤਰ੍ਹਾਂ, ਅਤੇ ਉਹ ਲਗਵਾਉਣੇ ਫਿਰ ਬੜੀ ਖੁਸ਼ੀ ਹਾਸਲ ਹੋਣੀ ਕਿ ਆਪਣੇ ਹੱਥਾਂ ਨਾਲ ਲਵਾਉਣਾ, ਉਹਨੂੰ ਬੜੀ ਚਾਹਤ ਨਾਲ ਲਵਾਉਣਾ। ਅਤੇ ਉਸ ਤੋਂ ਬਾਅਦ ਫਿਰ ਮੈਂ ਇਹ ਹਾਈ ਸਕੂਲ ਤਲਵੰਡੀ ਮੂਸਾ ਯਾਨੀ ਆ ਗਿਆ। ਤਲਵੰਡੀ ਮੂਸਾ ਆਉਣ ਤੋਂ ਪਹਿਲਾਂ ਮੈਂ
ਫਿਰੋਜ਼ ਵਾਲੇ 1978 'ਚ ਗਿਆ ਵਾਂ। ਅਤੇ ਹੈਡਮਾਸਟਰ ਸਾਹਿਬ ਨੇ ਅਲਹਮਦੁਲਿਲਾ ਉੱਥੋਂ ਦੇ ਜਿਹੜੇ ਉਸ ਵਕਤ ਦੇ ਇੰਚਾਰਜ ਸਨ, ਉਹਨਾਂ ਮੇਰੀ ਡਿਊਟੀ ਲਾਈ ਕਿ ਉੱਥੇ ਇੱਕ ਮਸਜਿਦ ਸਕੂਲ ਦੇ ਅੰਦਰ ਤਾਮੀਰ ਹੋਣੀ ਚਾਹੀਦੀ ਹੈ। ਅਤੇ ਉਹ ਮੈਂ ਮਿਸਤਰੀ ਵਗੈਰਾ ਸਾਰੇ ਇੱਥੋਂ ਲੈ ਗਿਆ, ਮਜ਼ਦੂਰ ਵਗੈਰਾ ਸਾਰੇ। ਅਤੇ ਅੱਜ ਵੀ ਮਾਸ਼ਾ ਆਲੀ ਸ਼ਾਨ ਮਸਜਿਦ JM ਇਸਲਾਮਿਆ ਫਿਰੋਜ਼ ਵਾਲੇ ਵਿੱਚ ਬਣੀ ਹੈ। ਅਤੇ ਉਹ ਅਲਹਮਦੁਲਿਲਾ ਇਹ ਮੈਂ ਸ਼ੁਕਰ ਅਦਾ ਕਰਨਾ ਉਸ ਜ਼ਾਤ ਦਾ ਕਿ ਜਿਹਨੂੰ ਮੇਰੇ ਹੱਥਾਂ ਨਾਲ ਯਾਨੀ ਨਾ ਉਹ ਜਿਸ ਤਰ੍ਹਾਂ ਤਲੋਣੀ ਮੂਸਿਆਂ ਦਾ ਤਲਕ ਹੈ, ਇਹ ਹਾਈ ਸਕੂਲ ਦੇ ਇੱਕ ਪੋਰਸ਼ਨ 'ਚ ਇਹ ਮੇਰਾ ਉਹਨਾਂ ਨੇ ਨਾਂ ਲਿਖਿਆ ਹੋਇਆ ਹੈ, ਯਾਨੀ ਮਾਸਟਰ ਸ਼ੁਕਰਦੀਨ ਬਲਾਕ ਦੇ ਨਾਂ ਨਾਲ ਮੈਂ ਉਹਨਾਂ ਬਲਾਕ ਰੱਖਿਆ ਹੋਇਆ ਹੈ। ਉਹਦੇ ਵਿੱਚ ਉਹ 3-4 ਕਮਰੇ, ਉਹਦੇ ਵਿੱਚ ਲੈਬਾਰਟਰੀ ਹੈ। ਇਹ ਯਾਨੀ ਮੈਂ ਉਹ ਬੜੀ ਕੋਸ਼ਿਸ਼ ਕੀਤੀ ਅਤੇ ਹਾਜੀ ਖਾਲਦ ਸਾਹਿਬ ਜਿਹੜੇ ਉਸ ਵਕਤ ਚੇਅਰਮੈਨ ਸਨ, ਉਹਨਾਂ ਨੇ ਭਰਪੂਰ ਮਦਦ ਕੀਤੀ ਇਸ ਮਾਮਲੇ ਦੇ ਵਿੱਚ। ਫਿਰ ਸਕੂਲ ਦੀ ਹਸਪਤਾਲ ਦੀ ਜਿਹੜੀ ਸੀ ਨਾ ਸਾਡੀ, ਇਹ ਉਹਨਾਂ ਦੀ ਮੇਅਰਮੈਂਟ, ਉਹਦੀ ਪਮੈਸ਼ ਜਾਂ ਉਹਦੀ ਜਿਹੜੀ ਹਦੂਦ ਸੀ ਉਹਦਾ ਤਯਨ ਕੀਤਾ। ਅਤੇ ਫਿਰ ਉੱਥੇ ਮੈਨੂੰ ਯਾਦ ਹੈ ਕਿ ਇਸ ਕਮ ਤੋਂ 200-250 ਟਰਾਲੀ ਮਿੱਟੀ ਆਪਣੀ ਮਦਦ ਨੂੰ ਪਵਾ ਕੇ ਅਤੇ ਹਸਪਤਾਲ ਦੀ ਜਿਹੜੀ ਇਮਾਰਤ ਬਣੀ ਹੈ ਨਾ ਮੌਜੂਦਾ, ਉਹਦੇ ਵਿੱਚ ਮੇਰਾ ਵੀ ਇੱਕ ਮਾੜਾ ਜਿਹਾ ਹੱਥ ਹੈ ਵੇ। ਔਰ ਮੈਂ ਉਹ ਛੱਪੜ ਨੂੰ ਇੱਕ ਯਾਨੀ ਆਮ ਮੈਦਾਨ ਦੀ ਸ਼ਕਲ 'ਚ ਬਦਲਿਆ। ਅਤੇ ਫਿਰ ਉਹ ਮਹਿਕਮੇ ਵਾਲਿਆਂ ਨੂੰ ਮੈਂ ਹਾਜੀ ਸਾਹਿਬ ਦੇ ਨਾਲ ਗਿਆ, ਹਾਜੀ ਖਾਲਦ ਸਾਹਿਬ ਦੇ ਨਾਲ। ਉਹ ਮਹਿਕਮੇ ਵਾਲੇ ਇੱਥੇ ਆਏ, ਉਹਨਾਂ ਆ ਕੇ ਜਗ੍ਹਾ ਵੇਖੀ ਅਤੇ ਉਹਨਾਂ ਇੱਥੇ ਅਪਰੂਵਲ ਦੇ ਦਿੱਤੀ ਕਿ ਉਸ ਇਮਾਰਤ ਦੀ ਵੀ, ਅਤੇ ਨਾਲ ਪਰ ਤੁਹਾਨੂੰ ਵੇਖਿਆ ਡੰਗਰਾਂ ਦਾ ਹਸਪਤਾਲ ਹੈ। ਉਸ ਤੋਂ ਇਲਾਵਾ ਸਾਡੇ ਨਾਲ ਹੀ ਮੁਹੱਲੇ ਦੇ ਵਿੱਚ ਟੈਂਕੀ ਵਾਲੀ ਜਗ੍ਹਾ, ਇੱਥੇ ਤੁਹਾਨੂੰ ਪਤਾ ਹਰ ਕਿਸਮ ਦੀ ਗੰਦਗੀ ਵਗੈਰਾ ਇਹ ਉਹ ਢੇਰ ਲੱਗੇ ਹੁੰਦੇ ਸਨ। ਅਤੇ 2-3 ਸਾਲ ਦੀ ਕੋਸ਼ਿਸ਼ ਤੋਂ ਬਾਅਦ ਅਲਹਮਦੁਲਿਲਾ ਅੱਜ ਅਸੀਂ ਬਿਹਤਰੀਨ ਇੱਥੇ ਜਿਹੜਾ ਕੰਮ ਹੈ ਉਹ ਕਰਵਾ ਰਿਹਾ ਹੈ। 4 ਦੀਵਾਰੀ ਬਣ ਗਈ ਹੈ, ਉਹਦੇ ਵਿੱਚ ਫ੍ਰੀ ਡਿਸਪੈਂਸਰੀ ਜਿਹੜੀ ਕਿ ਅਸੀਂ ਨਾ ਇਹ ਇਫਤਖਾਰ ਸਿਕੰਦਰ ਸਾਹਿਬ ਦੀ ਕੋਸ਼ਿਸ਼ ਨਾਲ, ਸੈਫੁੱਲਾ ਨਾਗਰਾ ਸਾਹਿਬ ਨੇ ਮਾਸ਼ਾਅੱਲਾ ਬੜੀ ਜ਼ਿਆਦਾ ਸਾਡੀ ਮਦਦ ਕੀਤੀ ਇਸ ਮਾਮਲੇ 'ਚ। ਉਹਨੇ 4 ਦੀਵਾਰੀ ਬਹੁਤ ਜ਼ਿਆਦਾ ਯਾਨੀ ਸਾਡਾ ਤਾਉਨ ਕੀਤਾ ਹੈ। ਅਤੇ ਉਸ ਤੋਂ ਅਗਲਾ ਕੰਮ ਜਿਹੜਾ ਵੇ ਫ੍ਰੀ ਡਿਸਪੈਂਸਰੀ ਵਾਲਾ, ਉਹ ਜਿਹੜਾ ਕਿ ਉਹਦੀ ਇਮਾਰਤ ਵਗੈਰਾ ਜਿਹੜੀ ਉਹ ਬਣ ਰਹੀ ਹੈ, ਅਤੇ ਉਹ ਇਨਸ਼ਾਅੱਲਾ 1-2 ਮਹੀਨਿਆਂ ਤੱਕ ਅਸੀਂ ਇਨਸ਼ਾਅੱਲਾ ਉਹਨੂੰ ਚਾਲੂ ਕਰ ਦਾਂਗੇ। ਇਸ ਤੋਂ ਇਲਾਵਾ ਹੋਰ ਵੀ ਚਲੋ ਇਹ ਜੋ ਕੁਝ ਇਸ ਤਰ੍ਹਾਂ ਨਜ਼ਰ ਆ ਰਿਹਾ, ਇਹ ਪਿੰਡ ਦੇ ਵਿੱਚ ਜਿੰਨੇ ਤੁਹਾਨੂੰ ਇਸ ਵੇਲੇ ਨਜ਼ਰ ਆ ਰਹੇ ਨਾ ਟਰਾਂਸਫਾਰਮਰ, ਉਹ ਇੱਕ ਹੁੰਦਾ ਸੀ ਕਿਸੇ ਵਕਤ ਦੇ ਵਿੱਚ। ਚੌਧਰੀ ਅਰਸ਼ਦ ਚੀਮਾ ਸਾਹਿਬ ਜਿਹੜੇ ਡੇਂਗਾ ਵਾਲੇ ਨੇ ਨਾ, ਇਹ ਲਾਈਨ ਸੋਡੇ ਹੁੰਦੇ ਸਨ, ਅਤੇ ਉਹ ਬਣਾਉਂਦੇ ਹੁੰਦੇ ਯਾਰ ਐਪਲੀਕੇਸ਼ਨ ਦੇ, ਅਤੇ ਮੇਰੀ ਰਹੀ ਯਾਨੀ ਐਪਲੀਕੇਸ਼ਨ ਫਿਰ 1 ਵੀ 2 ਵੀ, ਅਤੇ ਮੈਨੂੰ ਫਖਰ ਹੈ ਕਿ ਕਮ 5 ਕੇ 6 ਜਿਹੜੇ ਟਰਾਂਸਫਾਰਮਰ ਉਹ ਮੇਰੀ ਯਾਨੀ ਕੋਸ਼ਿਸ਼ ਤੋਂ ਬਾਅਦ ਇਹ ਲੱਗੇ ਸਨ। ਹੋਰ ਵੀ ਚਲੋ ਜਿਹੜਾ ਕੋਈ ਇਸ ਤਰ੍ਹਾਂ ਛੋਟਾ ਮੋਟਾ ਕੰਮ ਹੁੰਦਾ ਉਹਦੇ ਵਿੱਚ ਮੈਂ ਪਾਰਟੀਸਪੇਟ ਲੈਣਾ, ਹਿੱਸਾ ਲਈਦਾ, ਅਤੇ ਕੋਸ਼ਿਸ਼ ਕਰੀਦੀ ਹੈ ਕਿ ਚਲੋ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਇਹ बामुनास का मखलूक खुदा का। गपशप के बाद आज अभी हम आपको दिखाते हैं वो जगह कि जो इतना ताफन और इतनी गंदगी का ढेर थी जगह, जो देखने के काबिल नहीं थी। और सबसे बड़ी बात ये कि कब्रिस्तान साथ था, ईदगाह साथ थी, और उनकी बड़ी बेहुरमती हो रही थी और कोई पास से गुजर नहीं सकता था। तो ये इनकी खिदमात हैं, इनकी मोटिवेशन है सर की कि इन्होंने इस मसले को उठाया। और जिन अहबाब ने, जिसमें इफ्तिखार सिकंदर भाई हैं और सैफुल्ला नागरा भाई हैं, उन्होंने इनका साथ दिया और बहुत से लोगों ने साथ दिया इनका। तो आज उनका साथ देने की वजह से ये जगह आप देख रहे हैं कि माशाल्लाह जो गंदगी का एक ढेर था, आज देखिएगा कि कितनी खूबसूरत है। इसको प्ले ग्राउंड की शक्ल दे दी गई है और फ्यूचर में यहाँ पे एक डिस्पेंसरी इंशाल्लाह एक्सपेक्टेड है। और उसके अलावा ये कि किसी भी अपनी कम्युनिटी के लिए यहाँ पे बैठने के लिए हर वक्त ये जगह अवेलेबल है। तो मैं समझता हूँ कि ये एक बहुत बड़ी काविश थी जो सर ने, इनकी मोटिवेशन से ये सारा कुछ जो है वो इस खूबसूरत जगह में ये जो गंदगी थी वो ख़त्म हुई और ख़ूबसूरत जगह की एक शक्ल जो है हमारे सामने आई। तो मैं सर बहुत शुक्रिया, आपने ये, आपकी बहुत बड़ी अचीवमेंट है और आपने ये बहुत बड़ा एक्सीलेंट जॉब जो है वो किया है। और मैं ये कहूँगा अपने सभी दोस्तों से कि जिस फील्ड में आप हैं और जो बेस्ट पॉसिबल आप कर सकते हैं खिदमत के लिए, आगे बढ़ें, सर का बाजू बने। और हमारे गांव के जितने भी मसाइल हैं, कहीं पे भी कोई भी प्रॉब्लम है जो इनकी नज़र में है या इनकी नज़र में नहीं है, उसको पॉइंट आउट करें, उसका हल बैठ के निकाला जाए और उस प्रॉब्लम को सॉल्व किया जाए। जी अस्सलाम वालेकुम प्यारे लोगों। तो आज हम यहाँ पे खड़े हैं गवर्नमेंट हाई स्कूल तलवंडी मूसा खां में। बड़ा तारीख़ी स्कूल है, तारीख़ी बैकग्राउंड है इसका। तो
یہاں کی اس اسکول کی خوبصورتی میں سر شکردین صاحب کا بہت ہاتھ ہے اور بہت کریڈٹ ان کو جاتا ہے. یہی وجہ ہے کہ اس اسکول کے ایک بلاک کو سر کے نام پہ منسوب کر دیا گیا. تو آئیے چل کے آپ کو دکھاتے ہیں. آئیے. سر کہہ رہے ہیں کہ پہلے یہ ہونہار اسٹوڈنٹس جو ہیں ان پہ ذرا کور کریں. تو یہ وہ لائق بچے ہیں جو اس اسکول سے فارغ التحصیل ہیں اور پڑھ رہے ہیں. تو میٹرک کے اسٹوڈنٹس ہیں اور ماشاء اللہ یہاں اس اسکول نے بہت بہت لائق لوگوں کو یہاں سے آگے جانے کا موقع ملا ہے اور اسکول کی ہسٹری بڑی تابناک ہے. آئیے آپ کو مزید آگے. جی یہ عابد بھائی ہیں میرے بچپن کے دوست بھی ہیں اور بھائی بھی ہیں ہمارے. کی حال ہے تہاڈا؟ ہاں شکر اللہ دا بہت اور سب خیر ہے؟ ہاں کرم اللہ پاک رمضان ٹھیک گزر رہا ہے؟ ہاں بہترین اللہ خیر رکھے. سراراں دے بارے اسی اج ویڈیو اختیار کر رہے ہیں تے تہاڈا سراراں دے بارے کی خیال ہے؟ کنے کو سونے بندے نے؟ سر گل یہ کہ میرے تے ویکھو نا کلاس انچارج ہے نا میرے بہت محترم سمجھو میں انہاں دے بارے کچھ کہہ نہیں سکدا کیونکہ وہ الفاظ ہی کونی انہاں واسطے. سبحان اللہ ماشاء اللہ ماشاء اللہ ماشاء اللہ. بہت شکریہ عابد بھائی. جی تو پیارے لوگوں آپ کو دکھاتے ہیں وہ بلاک جو سر کے نام سے منسوب کر دیے گئے. ان کی خدمات اور ان کی دن رات کی محنت آپ یہ ذرا یہ دکھائیے گا. تو یہ میں سمجھتا ہوں کہ یہ سر کی نہیں، یہ ہماری خوش بختی ہے، ہماری خوش نصیبی ہے اور اس اسکول کی خوش بختی اور خوش نصیبی ہے کہ سر کے نام پہ ایک بلاک جو رہتی دنیا تک قائم رہے گا اور یہ لوگوں کی تحریک کا باعث ہوگا کہ اچھے کام کرنے والے وہ ہمیشہ 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 زندہ رہتے ہیں اور لوگوں کے دلوں میں زندہ رہتے ہیں. تو آج کی اس خوبصورت مجلس میں ہمارے ساتھ جناب صابر منہاس بھی ہیں جو سر کے شاگرد ہیں، میرے بہت پیارے دوست اور چھوٹے بھائی ہیں. تو میں چاہوں گا کہ ان سے بھی سر کے حوالے سے میں پوچھوں کہ یہ بھی اپنی فیلنگز کا اظہار کریں، اپنے جذبات کا، کہ انہوں نے سر کو کیسے پایا. جی السلام علیکم. وعلیکم السلام. سب سے پہلے تو میں اعجاز صاحب آپ کی پوری ٹیم کا شکریہ ادا کرتا ہوں کہ آپ نے ٹائم نکالا اور بڑا اچھا فیصلہ کیا کہ جو ہماری فیورٹ شخصیت ہے ان کا آپ نے انٹرویو کیا. آپ کا یہ پہلا پروگرام ہے اور پہلا پروگرام ہی تلونڈی مساحہ میں ہونا یہ ہمارے لیے اعزاز کی بات ہے. ٹھیک ہے. دوسرا آپ کا نیوز چینل اور اس کا جو آپ نے نام سجیسٹ کیا ہے آئی لائک اٹ. بہت اچھی آپ کی کاوش ہے اور اللہ تعالیٰ میری دعا ہے کہ آپ کو کامیابیوں سے نوازے، آپ کو، آپ کی پوری ٹیم کو. تو سر کی بات جو ہو رہی ہے تو سر کا جس طرح آپ نے انٹرو میں فرمایا، میں خود سر کا بہت بڑا فین ہوں کیونکہ میرا بچپن بھی ان کے سامنے گزرا ہے ایز اے اسٹوڈنٹ بھی، اور میں نے جو اچھی چیزیں وہ ان سے سیکھی ہیں. یہی ریزن ہے کہ ابھی تک میری خواہش ہوتی ہے کہ میں ان کے پاس بیٹھوں، ان سے مستفید ہوں، اور مجھے بہت کچھ الحمدللہ ان سے سیکھنے کا موقع ملا ہے. شعبہ تدریس کا تو ان کا ٹھیک ہے تعلق رہا ہے، یہ ریٹائر بھی ہو گئے ہیں، لیکن پارٹ ٹائم جو ان کا بزنس ہے وہ کیٹرنگ کا ہے. تو دیکھیں سب سے پہلے بندہ اپنے آپ سے شروع کرتا ہے، ٹھیک ہے، اور اصل جینا یہی ہے کہ بندہ کسی کے لیے جیے. تو میں نے خود دیکھا ہے، میں آئی وٹنس ہوں کہ کیٹرنگ میں جو مستحق فیملیز ہیں اگر ان کو کیٹرنگ کی ضرورت پڑی ہے تو سر نے ان کو فی سبیل اللہ اکاموڈیٹ کیا ہے. ٹھیک ہے. اور جب بھی میں سر کے پاس بیٹھا ہوں سر نے کبھی نہیں کہا کہ میرے بیٹے کو مسئلہ ہے، میں پریشان ہوں، یا میرے کسی ریلیٹیو کو مسئلہ ہے. انہوں نے یہی کہا ہے کہ میرے گاؤں کو مسئلہ ہے. کم لوگ ہیں جو اپنے مسائل کو ہائی لائٹ کرتے ہیں، لیکن اس سے بھی کم لوگ ہیں جو اس کا سلوشن دیتے ہیں، اور سر شکردی صاحب ان میں سے ایک ہیں جو مسائل کو بھی پوائنٹ آؤٹ کرتے ہیں اور ان کا حل بھی جو ہمیں بتاتے ہیں. جس کی تازہ اگزامپل ہمارے سامنے یہ ٹینکی والی گراؤنڈ ہے کہ آپ نے بھی دیکھا ہے کہ یہاں گزرنا محال تھا،
इतना ये कचरा था, और अब अल्हम्दुलिल्लाह वो देखने के काबिल है, और नेक्स्ट डोर भी देखने के काबिल होगी। तो ये हमारी खुशकिस्मती है कि हमारे दरमियान, हमारे गाँव में सर जैसी शख्सियत मौजूद है कि जो हमेशा खिदमत खल्क का दर्स देते हैं। ये जेन्युइन इंसान दोस्त आदमी हैं, इसलिए ये मेरी फेवरेट शख्सियत है। जी, बहुत शुक्रिया साबिर भाई, आपने बहुत खूबसूरत अंदाज में इजहार किया अपनी मोहब्बत का, और सर हैं ही मोहब्बत के लायक। तलवंडी मूसा खां हो या इसके सराउंडिंग में जो गांव हैं, शायद ही कोई बंदा हो जो सर से मोहब्बत ना रखता हो या ना करता हो। बल्कि मेरा ख़्याल है कि जिसे मोहब्बत करनी आती नहीं, बस वो ही होगा जो सर से मोहब्बत ना करने वाला हो। बाकी हमारे सराउंडिंग में इस गांव के इर्द-गिर्द 8-10 गांव हैं, तो जहाँ-जहाँ पे इनके स्टूडेंट्स हैं, और जहाँ-जहाँ पे लोग बस रहे हैं हमारे सराउंडिंग में इस गांव के इर्द-गिर्द, वो सब सर शुक्रदीन साहब को बड़ी मोहब्बत से याद करते हैं और बड़ी रिस्पेक्ट के साथ इनका नाम लेते हैं। और जिस जज्बे के साथ ये ज़िंदगी इन्होंने गुजारी है, ये हम सब के लिए एक बड़ी मोटिवेशन है, और स्पेशली हमारी आने वाली जो जनरेशन है, हमारी यूथ के लिए ये एक बहुत बड़ा नाम है सोशल वर्कर की हैसियत से, कि सर बिला तफरीक और बग़ैर किसी गर्ज़ और बग़ैर किसी लालच के हर एक के काम आने वाले इंसान हैं। तो मैं एक बार फिर सर का शुक्रिया अदा करते इनसे ये रिक्वेस्ट करूँगा कि हमारी आने वाली जनरेशन और हमारी यूथ के लिए आपका कोई मैसेज है तो वो प्लीज़। बिस्मिल्लाह सर। ਮੈਸੇਜ ਜਿਹੜਾ ਮੇਰਾ ਇਹ ਵੇ ਆਉਣ ਵਾਲੇ ਲੋਕਾਂ ਵਾਸਤੇ ਕਿ ਇਖਲਾਸ ਦੇ ਨਾਲ ਕਿਸੇ ਨਾਲ ਤੁਸੀਂ ਪੇਸ਼ ਆਓ, ਮੁਖਲਸ ਹੋ ਕੇ, ਕਿਸੇ ਨਾਲ ਦਗਾ ਨਾ ਕਰੋ, ਕਿਸੇ ਨਾਲ ਅਗਰ ਤੁਸੀਂ ਤੁਹਾਡੇ ਕੋਲ ਡਿਊਟੀ ਲੱਗਦੀ ਹੈ ਤੇ ਉਸ ਨੂੰ ਆਸਾਨ ਤਰੀਕੇ ਨਾਲ, ਬਿਹਤਰੀਨ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰੋ। ਉਹਦੇ ਵਿੱਚ ਖਲੂਸ ਹੋਣਾ ਚਾਹੀਦਾ ਹੈ, ਤੁਹਾਡੀ ਨੀਅਤ ਜਿਹੜੀ ਸਾਫ਼ ਹੋਣੀ ਚਾਹੀਦੀ ਹੈ। ਅਗਰ ਤੁਸੀਂ ਮੁਖਲਸ ਹੋਵੋਗੇ ਆਪਣੇ ਯਾਨੀ ਸ਼ੋਬੇ ਦੇ ਵਿੱਚ, ਜਿੱਥੇ ਵੀ ਤੁਸੀਂ ਐਡਜਸਟ ਹੋ, ਤੇ ਅਲਹਮਦੁਲਿਲਾ ਅੱਲਾਹ ਤਾਲਾ ਤੁਹਾਨੂੰ ਜ਼ਾਤ ਨੂੰ ਉਹਦੇ ਵਿੱਚ ਤਰੱਕੀ ਵੀ ਦੇਗੀ ਤੇ ਤੁਹਾਨੂੰ ਆਪਣੀ ਰਹਿਮਤ ਤੋਂ ਮਾਲਾ ਮਾਲ ਵੀ ਕਰ ਦੇਗੀ ਉਹ। ਤੇ ਮੈਂ ਤਾਂ ਇਹ ਚਾਹਾਂਗਾ, ਮੇਰਾ ਇਹ ਪੈਗਾਮ ਹੈ ਕਿ ਜਿਹੜਾ ਵੀ ਕੰਮ ਜਿਹੜੇ ਸ਼ੋਬੇ ਦੇ ਵਿੱਚ ਵੀ ਤੁਸੀਂ ਕਰ ਰਹੇ ਹੋ, ਉਹਨੂੰ ਮੁਖਲਸ ਹੋ ਕੇ ਕਰੋ, ਇਖਲਾਸ ਦੇ ਨਾਲ ਕਰੋ ਤੇ ਨੀਅਤ ਦੇ ਨਾਲ ਕਰੋ, ਕਿਸੇ ਨੂੰ ਧੋਖਾ ਨਾ ਦਿਓ। ਹਾਂਜੀ, ਇਹ ਚੀਜ਼ ਜਿਹੜੀ ਹੈ ਨਾ ਇਨਸਾਨ ਨੂੰ ਤਰੱਕੀ ਦੇ ਮੰਜ਼ਿਲ 'ਤੇ ਲੈ ਕੇ ਜਾਂਦੀ ਹੈ। ਮਾਸ਼ਾਅੱਲਾ ਸਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੇ ਅੱਲਾਹ ਤਾਲਾ ਤੁਹਾਨੂੰ ਸਾਡੇ ਸਿਰਾਂ 'ਤੇ ਸਲਾਮਤ ਰੱਖੇ। ਅੱਲਾਹ ਤਾਲਾ ਤੁਹਾਨੂੰ ਲੰਬੀ ਜ਼ਿੰਦਗੀ ਇਹ ਦੇਵੇ, ਔਰ ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਸਿਹਤ ਤੰਦਰੁਸਤੀ ਨਾਲ ਹਮੇਸ਼ਾ ਰਹਿੰਦੀ ਦੁਨੀਆ ਤੱਕ ਜ਼ਿੰਦਾ ਰੱਖੇ। ਤੇ ਇੱਕ ਵਾਰੀ ਫਿਰ ਸਰ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਦਿੱਤਾ। ਮੈਨੂੰ ਪਤਾ ਹੈ सर बहुत हिचकिचा रहे थे और कह रहे थे कि प्लीज़ किसी बड़े बंदे का इंटरव्यू करें, तो इनकी ये आजज़ी और इनका ये जेन्युइनपन जो है ना, वो यही सबसे ज़्यादा हमें अट्रैक्ट करता है कि इनमें कोई वो मसनूईपन नहीं है, इनमें कोई दिखलावा नहीं है। और इस इखलास की, वो बड़े बुज़ुर्ग कहते हैं कि जब आप कोई अच्छा काम करने जा रहे हों तो उसमें 3 बार अपनी नीयत को टटोलें। एक शुरू में कि क्या मैं खालिस अल्लाह की रज़ा की खातिर ये कर रहा हूँ, दरमियान में और आखिर में। तो हम आई विटनेस हैं सर के कि इन्होंने इखलास और मोहब्बत और बिला तफरीक सभी की हेल्प की है, सभी की मदद की है। तो अल्लाह ताला इनको बहुत जज़ाए खैर दे।